संगत समूह जगत ਦੀਆਂ सिख संगतां ਨੂੰ बेनती करदे ਹਾਂ। आने वाला हफ्ता साहिबजादियां दी शहीदी का हफ्ता है। गुरु कलगीधर महाराज के पुत्रां दी शहादत का हफ्ता। मेरी हथ बन के ये तुसीं भी बेनती सुनियो, जिथे जिथे तुहाडी पहुंच है पहुंचा दिओ। वाहिगुरू जी का खालसा, वाहिगुरू जी की फतेह। सत श्री अकाल। मैं ना ਇਹ ਮਹੀਨੇ ਮੈਂ ਆਪਣੇ ਆਪ ਨੂੰ ਵਾਅਦਾ ਕੀਤਾ ਸੀਗਾ ਕਿ ਮੈਂ ਹਰ ਸ਼ਨੀਚਰਵਾਰ ਸਾਡੇ ਜਿਹੜਾ ਗੁਰਦੁਆਰਾ ਹੈਗਾ, ਲੋਕਲ ਗੁਰਦੁਆਰਾ ਇੱਥੇ ਗੁਰਦੁਆਰਾ ਸਾਹਿਬ ਡਿਫੈਂਸ ਕਾਲੋਨੀ 'ਚ, ਮੈਂ ਹਰ ਸ਼ਨੀਚਰਵਾਰ ਦੀ ਮੈਂ ਸ਼ਾਮ ਜਾਂਦਾ ਹੈਗਾ 6:30 ਵਜੇ 6:20 ਤੇ ਮੇਰੇ ਖਿਆਲ ਅਰਦਾਸ ਹੈਗੀ। ਅਰਦਾਸ ਸੁਣਦਾ ਹੈਗਾ। ਅਰਦਾਸ ਸੁਣਨ ਦੇ ਬਾਅਦ ਥੋੜਾ ਜਿਹਾ ਕੀਰਤਨ ਤੇ ਫਿਰ ਪ੍ਰਸ਼ਾਦ ਖਾ ਕੇ ਮੈਂ ਵਾਪਸ ਆ ਜਾਂਦਾ ਹੈਗਾ। ਤੇ ਇੱਕ ਵਾਰੀ ਇੱਕ ਦਿਨ ਮੈਂ ਇੱਕ ਗਾਥਾ ਸੁਣੀ। ਸਾਡਾ ਇੱਕ ਬੜਾ ਗਿਆਨੀ ਗ੍ਰੰਥੀ ਹੈਗਾ ਉੱਥੇ, ਭਾਈ ਹਰਦੀਪ ਸਿੰਘ। ਸਪੈਸ਼ਲ ਇਹ ਵਾਲਾ ਜਿਹੜਾ ਉਹਨਾਂ ਦਾ ਜੋ ਗਿਆਨ ਹੈਗਾ ਨਾ ਇਹਦੇ ਬਾਰੇ 'ਚ, ਇਹ ਮਹੀਨੇ ਦੇ ਬਾਰੇ ਵਿੱਚ ਉਹਦੀ ਕਥਾ ਕਰ ਰਹੇ ਸੀਗੇ। ਤੇ ਉਹ ਕਥਾ ਸੁਣ ਕੇ ਮੈਂ ਸੋਚਿਆ ਕਿ ਇਹ ਜਿਹੜਾ ਮਹੀਨਾ ਹੈਗਾ ਨਾ, ਇਹ ਆਮ ਮਹੀਨਾ ਨਹੀਂ ਹੈਗਾ ਸਰਦਾਰਾਂ ਲਈ। ਇਹ ਮਹੀਨੇ ਦਾ ਅਰਥ ਸਾਰਿਆਂ ਨੂੰ ਜਿਹੜੇ ਸਮਝਣਾ ਜ਼ਰੂਰੀ ਹੈਗਾ। ਇਹ ਪੋਹ ਦਾ ਮਹੀਨਾ ਹੈਗਾ। ਸਿੱਖਾਂ ਲਈ, ਸਾਡੇ ਧਰਮ ਦੇ ਜਿਹੜੇ ਸਾਰੇ ਪੈਰੋਕਾਰ ਹੈਗੇ ਨੇ ਨਾ, ਉਹ ਸਾਰਿਆਂ ਲਈ ਇਹ ਬੜਾ ਮਹੱਤਵਪੂਰਨ ਹੈ। ਤਾਂ ਜਿਤਨੇ ਵੀ ਪਿਓ ਹੈਗੇ, ਮਾਵਾਂ ਹੈਗੀਆਂ, ਉਹਨਾਂ ਨੇ ਜ਼ਰੂਰੀ ਹੈਗਾ ਕਿ ਆਪਣੇ ਮੁੰਡਿਆਂ ਨੂੰ, ਧੀਆਂ ਨੂੰ ਇਹ ਜਿਹੜਾ ਮਹੀਨਾ ਸੀਗਾ ਇਹਦੇ ਬਾਰੇ ਦੱਸੀਏ ਸਾਰੇ। ਕਿਉਂਕਿ ਇਹ ਵਾਲੇ ਮਹੀਨੇ 'ਚ ਸਨ 1705 ਪੋਹ ਦਾ ਮਹੀਨਾ, ਠੰਡ ਦਾ ਮਹੀਨਾ, ਇਹ ਮਹੀਨੇ 'ਚ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ। ਕਿਉਂ ਦਿੱਤੀ? ਤੇ ਦੋ ਨਵੀਆਂ ਜਾਨਾਂ ਸੀਗੀਆਂ ਜਿਹੜੇ ਸਭ ਤੋਂ ਛੋਟੇ ਸਾਹਿਬਜ਼ਾਦੇ, ਉਹ ਸ਼ਹੀਦ ਹੋ ਗਏ। ਇਹ ਵਾਲਾ ਜੇ ਇੱਕ ਜਿਹੜਾ ਤੁਹਾਡਾ ਮਹੀਨਾ ਹੈਗਾ, ਇਹਨਾਂ ਨੇ ਸਰਦਾਰਾਂ ਲਈ, ਇਸ ਦੇਸ਼ ਲਈ ਇਤਿਹਾਸ ਰਚਿਆ। ਤੇ ਜਿਹੜੀ ਸਾਡੀ ਕੌਮ ਅੱਜ ਹੈਗੀ ਇਨੀ ਦਬੰਗ ਤੁਸੀਂ ਲੈ ਕੇ ਚੱਲੇ ਕਿ ਅਗਰ ਇਹ ਮਹੀਨਾ ਨਾ ਹੁੰਦਾ, ਤੁਹਾਡਾ ਪੋਹ ਦਾ ਮਹੀਨਾ, ਤੇ ਸਾਡੀ ਜਿਹੜੀ ਇਹ ਕੌਮ ਹੈਗੀ ਇਨੀ ਦਿਲਦਾਰ ਤੇ ਇਨੀ ਦਬੰਗ ਕਦੀ ਨਾ ਹੁੰਦੀ। ਤੇ ਤੁਸੀਂ ਕਹਾਣੀ ਸੁਣੋ ਸਾਡੀ ਜਿਹੜੀ ਭਾਈ ਹਰਦੀਪ ਸਿੰਘ ਜਿਸ ਤਰ੍ਹਾਂ ਦੱਸਦੇ ਹੈਗੇ, ਸੁਣੋ। 23 ਦਸੰਬਰ ਦੀ ਮੋਰਿੰਡੇ ਤੋਂ ਜਾਨੀ ਖਾਂ ਔਰ ਮਾਨੀ ਖਾਂ ਆਉਂਦੇ ਨੇ ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਸਾਧ ਸੰਗਤ ਹੰਡੂਰੀਆ ਜੀ ਲਿਖਦੇ ਨੇ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਹੱਥ ਬੰਨ੍ਹ ਕੇ ਬੋਰੀਆਂ ਦੇ 'ਚ ਪਾਇਆ ਗਿਆ ਤੇ ਘੋੜਿਆਂ ਦੇ ਉੱਪਰ ਇਸ ਤਰ੍ਹਾਂ ਲੱਦਿਆ ਗਿਆ ਜਿਵੇਂ ਸਮਾਨ ਨੂੰ ਲੱਦਿਆ ਜਾਂਦਾ ਹੈ। ਇੱਕ ਪਾਸੇ ਬਾਬਾ ਜੋਰਾਵਰ ਸਿੰਘ, ਇੱਕ ਪਾਸੇ ਬਾਬਾ ਫਤਿਹ ਸਿੰਘ ਬੋਰੀਆਂ ਦੇ 'ਚ ਬੰਦ ਨੇ। ਮਾਤਾ ਗੁਜਰ ਕੌਰ ਜੀ ਦੇ ਹੱਥ ਜਿਹੜੇ ਨੇ ਉਹ ਬੰਨ੍ਹ ਕੇ ਉਹਨਾਂ ਦੇ ਮੁਖ ਦੇ ਉੱਪਰ ਉਹ ਨਕਾਬ ਪਾਇਆ ਗਿਆ ਜੋ ਮਰਜ਼ਾਂ ਵਾਲਾ ਸੀ। ਹੱਥ ਬੰਨ੍ਹ ਕੇ ਘੋੜੇ ਦੇ ਪਿੱਛੇ ਤੋਰਿਆ ਗਿਆ ਤੇ ਪਿੰਡ ਸਹੇੜੀ ਤੋਂ ਲੈ ਕੇ ਮੋਰਿੰਡੇ ਤੱਕ ਇੱਕ ਜਲੂਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਲੈ ਕੇ, ਉਹ ਵੀ ਰੁੱਖਾ ਮਿੱਸਾ। ਤੇ ਅੱਜ 23 ਦੀ ਸ਼ਾਮ ਹੋ ਗਈ ਹੈ। ਬਾਹਰ ਦੇ ਤਸੀਹਾਂ ਦੀ ਅਸੀਂ ਬੜੇ ਗੱਲਾਂ ਕਰਦੇ ਹਾਂ, ਪਰ ਅਸਲ ਦੇ ਵਿੱਚ ਭੁੱਖ ਵੀ ਇੱਕ ਬਹੁਤ ਵੱਡਾ ਤਸੀਹਾ ਹੈ। ਫਿਰ ਕਰਕੇ ਕੋਈ ਬਲਵਾਨ ਹੋਏ, ਅਸੀਂ ਆਖਦੇ ਹਾਂ ਸਰੀਰਕ ਤੌਰ ਤੇ ਉੱਪਰ ਬੜਾ ਬਲਵਾਨ ਹੈ, ਇਹ ਤਾਕਤ ਹੈ। ਦੂਸਰਾ ਕੋਈ ਬੜਾ ਚਲਾਕ ਹੋਏ, ਬੜਾ ਚਤੁਰ ਹੋਏ, ਬੁੱਧੀਜੀਵੀ ਹੋਏ, ਅਸੀਂ ਆਖਦੇ ਹਾਂ ਕਿ ਬੁੱਧੀਜੀਵੀ ਵੀ ਇਹ ਬਹੁਤ ਵੱਡੀ ਤਾਕਤ ਹੈ। ਤੇ ਤੀਸਰਾ ਸੁੰਦਰਤਾ ਵੀ ਬਹੁਤ ਵੱਡੀ ਤਾਕਤ ਹੈ। ਸੁੰਦਰਤਾ ਦੇ ਅੱਗੇ ਲੋਕ ਝੁਕ ਜਾਂਦੇ ਨੇ। ਕਬੀਰ ਸਾਹਿਬ ਆਖਦੇ ਨੇ ਕਿ ਭਾਵੇਂ ਸੁੰਦਰਤਾ ਹੈ, ਭਾਵੇਂ ਕੋਈ ਬੁੱਧੀਜੀਵੀ ਨੇ, ਬਹੁਤ ਚਲਾਕ ਨੇ, ਤੇ ਭਾਵੇਂ ਕੋਈ ਬਲਵਾਨ ਨੇ, ਇਹ ਸਾਰੀਆਂ ਤਾਕਤਾਂ ਜਿਹੜੀਆਂ ਨੇ ਮੁੱਖ ਦੇ ਅੱਗੇ ਝੁਕ ਜਾਂਦੀਆਂ ਨੇ। ਇਤਿਹਾਸ 'ਚ ਕੁਝ ਕੰਮ, ਕੁਝ ਕਰਮਾਂ, ਕੁਝ ਸਮਾਗਮਾਂ ਇਸ ਤਰ੍ਹਾਂ ਦੀ ਹੁੰਦੀਆਂ ਹੈਗੀਆਂ ਨੇ ਜੋ ਸਾਡਾ ਇਤਿਹਾਸ ਬਦਲ ਕੇ ਰੱਖ ਦਿੰਦੀਆਂ ਹੈਗੀਆਂ ਨੇ। ਤੁਸੀਂ ਸੁਣਿਆ ਹੋਣਾ ਹੈਗਾ ਕਿ ਜਦ ਕਦੀ ਵੱਡਾ ਭੂਚਾਲ ਦੇ ਬਾਅਦ ਕਈ ਵਾਰ ਸੁਣਿਆ ਹੈਗਾ ਕਿ ਨਦੀਆਂ ਆਪਣਾ ਰਾਹ ਬਦਲਣ ਲਈ ਜਾਣੀਆਂ ਜਾਂਦੀਆਂ ਹਨ। ਤੁਸੀਂ ਇਹ ਦੇਖੋ ਕਿ ਇਹ ਜਿਹੜੇ ਦੋ ਸਾਡੇ ਛੋਟੇ ਸਾਹਿਬਜ਼ਾਦੇ ਸੀਗੇ, ਇੱਕ ਜ਼ੋਰਾਵਰ ਸਿੰਘ ਜੀ
9 ਸਾਲ ਫਤਿਹ ਸਿੰਘ 6 ਸਾਲ ਉਹਨਾਂ ਨੇ 27 ਦੀ ਸਵੇਰੇ ਆਪਣੀ ਸਨ 1705 ਚ ਆਪਣੀ ਹੱਸਦੇ ਸ਼ਹਾਦਤ ਕਰਵਾ ਲਈ। ਇਹ ਦੇਖੋ ਨੀਵਾਂ ਚ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਨੀਵਾਂ ਚ ਉਹਨਾਂ ਨੂੰ ਚੁਣਿਆ ਗਿਆ, ਪਰ ਨੀਵਾਂ ਵੀ ਹਾਰ ਗਈ। ਐਂਡ ਵਿੱਚ ਅੰਤ ਵਿੱਚ ਉਹਨਾਂ ਦਾ ਵਿਚਾਰਿਆਂ ਦਾ ਸਿਰ ਕੱਟਿਆ। ਐ ਤੁਸੀਂ ਸੋਚੋ 9 ਸਾਲ ਤੇ 6 ਸਾਲ, ਜਦ ਅਸੀਂ ਉਸ ਉਮਰ ਦੇ ਬੱਚੇ, ਸਾਡੇ ਬੱਚੇ ਘਰ ਤੋਂ ਬਾਹਰ ਜਾ ਕੇ ਗਿਰ ਕੇ ਚੋਟ ਲੱਗਦੀ ਹੈਗੀ ਤੇ ਕਿੰਨਾ ਦਿਲ ਨੂੰ ਦੁੱਖ ਹੁੰਦਾ ਹੈ, ਮਹਿਸੂਸ ਹੁੰਦਾ, ਕਿੰਨੀ ਪੈਨਿਕ ਹੁੰਦੀ ਹੈਗੀ, ਕਿੰਨੀ ਮਾਵਾਂ ਸਤਾਉਂਦੀਆਂ ਹੈਗੀਆਂ ਕਿ ਜੀ ਮੇਰੇ ਬੱਚੇ ਨੂੰ ਕੀ ਹੋ ਗਿਆ। ਐ ਤੁਸੀਂ ਦੇਖੋ ਇਹ 2 ਛੋਟੇ 9 ਸਾਲ ਤੇ 6 ਸਾਲ, ਇਹਨਾਂ ਦੀ ਕਹਾਣੀ ਤੁਸੀਂ ਸੁਣੋ ਤੇ ਅਗਰ ਤੁਹਾਡੇ ਅੱਖਾਂ 'ਚ ਪਾਣੀ ਨਾ ਆ ਜਾਏ ਤੇ ਤੁਸੀਂ ਸਿੱਖ ਕੇ ਲਾਉਣ ਦੇ ਲਾਇਕ ਨਹੀਂ ਹੈ। ਪਰ ਅਸੀਂ ਕੀ ਇਹਨਾਂ ਦੇ ਜਿਹੜੇ ਸਾਨੂੰ ਸਬਕ ਸਿਖਾਏ ਗਏ ਨੇ ਕਿ ਅਸੀਂ ਇਹਨਾਂ ਦਾ ਪਾਲਨ ਕਰਦੇ ਹਾਂ, ਉਹ ਦੂਜੀ ਗੱਲ ਹੈ। ਉਹ ਅਸੀਂ ਕੱਲ ਉਹਦੇ ਵਿਸ਼ੇ 'ਚ ਕੱਲ ਅਸੀਂ ਮੈਂ ਗੱਲ ਕਰਾਂਗਾ। ਪਰ ਅੱਜ ਦੀ ਡੇਟ 'ਚ ਇਹਨਾਂ ਦੀ ਕਹਾਣੀ ਸੁਣੋ। ਭਾਈ ਹਰਦੀਪ ਸਿੰਘ ਤੇ ਕਿਤਨੀ ਅਣਖ ਉਹਨਾਂ ਦੇ ਅੰਦਰ ਹੋਏਗੀ। ਇਤਿਹਾਸ ਵਿੱਚ ਕਿਧਰੇ ਵੀ ਜ਼ਿਕਰ ਨਹੀਂ ਆਂਦਾ ਕਿ ਸਾਹਿਬਜ਼ਾਦਿਆਂ ਨੇ ਭੁੱਖ ਲਈ ਤਰਲਾ ਕੀਤਾ ਹੋਵੇ ਜਾਂ ਭੁੱਖ ਲਈ ਮੰਗ ਕੀਤੀ ਹੋਵੇ। ਜਾਨੀ ਖਾਂ ਮਾਨੀ ਖਾਂ ਵੀ 23 ਦੀ ਰਾਤ ਸਾਹਿਬਜ਼ਾਦਿਆਂ ਦੇ ਉੱਪਰ ਤਸ਼ੱਦਦ ਕਰਦੇ ਨੇ, ਜਿਵੇਂ ਇੱਕ ਬਹੁਤ ਵੱਡੇ ਗੁਨਾਹਗਾਰ ਜੀਵਾਂ ਲਈ ਸੰਗਲਾਂ ਪਾਈਆਂ ਜਾਂਦੀਆਂ ਨੇ। 7 ਸਾਲ ਤੇ 9 ਸਾਲ ਦੇ ਸਾਹਿਬਜ਼ਾਦਿਆਂ ਦੇ ਹੱਥਾਂ ਤੇ ਪੈਰਾਂ ਦੇ ਸੰਗਲਾਂ ਪਾਈਆਂ ਗਈਆਂ। ਆਪਣੇ ਵੱਲੋਂ ਬੜੇ ਯਤਨ ਕੀਤੇ ਗਏ ਕਿ ਕਿਸੇ ਢੰਗ ਦੇ ਨਾਲ ਇਹ ਸਾਹਿਬਜ਼ਾਦੇ ਈਨ ਕਬੂਲ ਕਰ ਲੈਣ। ਪਹਿਲਾਂ ਹੀ ਦੁਖੀ ਸੀ। 7-8 ਮਹੀਨਿਆਂ ਦਾ ਘੇਰਾ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਘੇਰੇ ਨੂੰ ਭੇਦ ਕੇ ਅਨੰਦਪੁਰ ਸਾਹਿਬ ਦਾ ਕਿਲਾ ਛੋੜ ਕੇ ਚਲੇ ਜਾਂਦੇ ਨੇ। ਚਮਕੌਰ ਦੀ ਜੰਗ ਹੋਈ, 10 ਲੱਖ ਦੀ ਫੌਜ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਤਾੜੀਆਂ ਮਾਰਦੇ ਹੋਏ ਨਿਕਲ ਜਾਣ। ਬੜਾ ਕੁਰਲਾ ਰਿਹਾ ਸੀ। ਪਤਾ ਲੱਗਾ ਕਿ ਸਾਹਿਬਜ਼ਾਦੇ ਔਰ ਮਾਤਾ ਪਕੜੀ ਗਈ ਹੈ। ਵਜ਼ੀਰ ਖਾਨ ਦਾ ਫਿਰ ਹੁਕਮ ਗਿਆ, ਜਾਨੀ ਖਾਂ ਤੇ ਮਾਨੀ ਖਾਂ ਮੋਰਿੰਡੇ ਤੋਂ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਕੇ ਪਹੁੰਚਦੇ ਨੇ। ਮਾਤਾ ਗੁਜਰ ਕੌਰ ਜੀ ਔਰ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰਾਤ ਨੂੰ ਰੱਖਿਆ ਗਿਆ। ਖਾਣ ਨੂੰ ਅੱਜ ਵੀ ਕੋਈ ਪ੍ਰਬੰਧ ਨਹੀਂ ਹੈ। ਮਾਤਾ ਗੁਜਰ ਕੌਰ ਜੀ ਦੋਵੇਂ ਸਾਹਿਬਜ਼ਾਦਿਆਂ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਦੇ ਨੇ ਤੇ ਰਾਤ ਰੱਬ ਦੀਆਂ ਸਿਫਤ ਸਲਾਹਾਂ, ਬਾਬਾਣੀਆਂ, ਕਹਾਣੀਆਂ, ਇਹਨਾਂ ਉਪਦੇਸ਼ਾਂ ਰਾਹੀਂ ਬੱਚਿਆਂ ਨੂੰ ਜੋੜਿਆ। 25 ਦੀ ਸਵੇਰ ਹੁੰਦੀ ਹੈ। ਪਹਿਲੀ ਕਚਹਿਰੀ ਹੈ ਸਾਹਿਬਜ਼ਾਦਿਆਂ ਕਿ ਵੱਡੇ ਦਰਵਾਜ਼ੇ ਬੰਦ ਕਰਕੇ ਛੋਟਾ ਦਰਵਾਜ਼ਾ ਖੋਲ੍ਹਿਆ ਗਿਆ ਕਿ ਜਿਵੇਂ ਹੀ ਸਾਹਿਬਜ਼ਾਦੇ ਅੰਦਰ ਆਣਗੇ ਸਿਰ ਝੁਕਾ ਕੇ ਤੇ ਸਾਰੇ ਕਹਾਂਗੇ ਕਿ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਸੀਸ ਨਿਵਾ ਲਿਆ ਹੈ। ਪਰ ਬਾਬੇ ਛੋਟੇ ਸਨ, ਪਰ ਅਕਲ ਮਾਲਕ ਨੇ ਬੜੀ ਬਖਸ਼ਿਸ਼ ਕੀਤੀ, ਕਿਉਂਕਿ ਇਹ ਅਕਲ ਜਿਹੜੀ ਹੈ ਰੱਬ ਦੇ ਘਰੋਂ ਹੀ ਸਾਹਿਬਜ਼ਾਦਿਆਂ ਦੇ ਹਿਰਦੇ ਅੰਦਰ ਮਾਲਕ ਨੇ ਟਿਕਾਈ ਹੋਈ ਹੈ। ਪਹਿਲੇ ਆਪਣੇ ਛੋਟੇ ਛੋਟੇ ਪੈਰ ਲੈ ਕੇ ਉਹਨਾਂ ਨੇ ਕਚਹਿਰੀ ਦੇ ਅੰਦਰ ਅੱਗੇ ਪੈਰ ਵੱਲ ਜੁੱਤੀ ਕੀਤੀ, ਫਿਰ ਉਹਨਾਂ ਨੇ ਅੱਗੇ ਸਿਰ ਕੀਤਾ। ਕਚਹਿਰੀ ਦੇ ਜਾਂਦਿਆਂ ਹੋਇਆਂ ਦੋਵੇਂ ਸਾਹਿਬਜ਼ਾਦੇ ਇੱਕ ਦੂਸਰੇ ਦੇ ਸਨਮੁਖ ਹੋ ਕੇ ਉਹਨਾਂ ਨੇ ਫਤਿਹ ਬੁਲਾਈ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਅਦੀਬ ਤੇ ਜੀ ਕਥਾ ਕੁਝ ਇਸ ਤਰ੍ਹਾਂ ਹੈਗੀ। ਵਜ਼ੀਰ ਖਾਨ ਜੋ ਉੱਥੋਂ ਦਾ ਸੁਲਤਾਨ ਸੀਗਾ, ਮੁਗਲ ਦੀ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਇਰਦ ਗਿਰਦ ਘੇਰਾਬੰਦੀ ਕਰਤੀ ਤੇ ਫਿਰ ਧੋਖੇ ਨਾਲ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹਦੇ ਪਰਿਵਾਰ ਨੂੰ ਤੇ ਉਹਨਾਂ ਦੇ ਸਾਰੇ ਪੈਰੋਕਾਰਾਂ ਨੂੰ ਉਹਨਾਂ ਨੇ ਝੂਠ ਦਬੋਲ ਕੇ ਕਿ ਜੀ ਤੁਹਾਨੂੰ ਅਸੀਂ ਸੁਰੱਖਿਅਤ ਰਾਹ ਦੇਵਾਂਗੇ। ਉਹਨਾਂ ਨੇ ਕਿਲੇ ਤੋਂ ਖਿੱਚ ਲਿਆ। ਜਦ ਖਿੱਚਿਆ ਉਹਨਾਂ ਨੇ ਫਿਰ ਉਹਨਾਂ ਦੀ ਘੇਰਾ ਕਰਕੇ ਉਹਨਾਂ ਨੇ ਹਮਲਾ ਬੋਲਿਆ ਤੇ ਤੁਹਾਨੂੰ ਪਤਾ ਹੀ ਹੈਗਾ। ਤੇ ਵੱਡੇ ਮੁੰਡੇ 7 ਦਸੰਬਰ ਅਜੀਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, 5 ਸਿੰਘਾਂ ਨਾਲ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ। ਉਹਦੇ ਬਾਅਦ ਉਹਨਾਂ ਦੇ ਅਗਲੇ ਬੇਟੇ ਜਿਹੜੇ ਸੀਗੇ 13 ਸਾਲ ਦੇ, 14 ਸਾਲ ਦੇ, 13 ਸਾਲ ਦੇ ਜੁਝਾਰ ਸਿੰਘ, ਉਹਨਾਂ ਨੇ 5 ਆਖਰੀ ਸਿੰਘਾਂ ਨਾਲ ਹਮਲਾ ਬੋਲ ਕੇ ਉਹਨਾਂ ਨੇ ਵੀ ਆਪਣੀ ਕੁਰਬਾਨੀ ਦਿੱਤੀ। ਪਰ ਇਸ ਘੇਰਾਬੰਦੀ ਵਿੱਚ, ਇਸ ਹਮਲੇ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ
ਤੇ ਉਹਨਾਂ ਦੇ ਛੋਟੇ 2 ਸਾਹਿਬਜ਼ਾਦੇ ਵਿਛੜ ਗਏ। ਉਹਨਾਂ ਨੇ ਫਿਰ ਪਨਾਹ ਲਿੱਤੀ ਉਹਨਾਂ ਦੇ ਲੰਬੇ ਸਮੇਂ ਦੇ, ਕੋਈ ਉਹਨਾਂ ਦਾ ਕੋਈ ਰਸੋਈਆ ਸੀਗਾ ਜਾਂ ਉਹਨਾਂ ਦਾ ਕੋਈ ਦੇਖਣ ਵਾਲਾ ਸੀਗਾ, ਗੰਗੂ, ਉਹਦੇ ਨਾਲ। ਫਿਰ ਇੱਥੇ ਤੁਹਾਡੀ ਕਹਾਣੀ ਹੁੰਦੀ ਹੈ ਭਰੋਸੇ ਦਾ ਸਭ ਤੋਂ ਬੜਾ ਉਲੰਘਣ, ਸਭ ਤੋਂ ਬੜਾ। ਉਹਨੇ ਜਾ ਕੇ ਲਾਲਚ ਵਿੱਚ ਮਾਤਾ ਗੁਜਰੀ ਜੀ ਨੂੰ ਤੇ ਉਹਨਾਂ ਦੇ 2 ਉਹਨਾਂ ਦੇ ਨਾਲ ਦੇ ਜਿਹੜੇ ਜੋ ਛੋਟੇ ਸ਼ਹਿਜ਼ਾਦੇ ਸੀਗੇ, ਉਹਨਾਂ ਨੇ ਫਿਰ ਉਹਨਾਂ ਨੂੰ ਸਰਹਿੰਦ ਦੇ ਮੁਗਲਾਂ ਦੇ ਹਵਾਲੇ ਕਰਤਾ। ਅੱਗੇ ਕਹਾਣੀ ਸੁਣੋ ਭਾਈ ਹਰਦੀਪ ਸਿੰਘ। ਅੱਗੋਂ ਕਾਜੀ ਅੱਗੇ ਆ ਕੇ ਆਖਣ ਲੱਗਾ, ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਵਜ਼ੀਰ ਖਾਂ ਦਾ ਦਰਬਾਰ ਹੈ, ਸਿਰ ਝੁਕਾ ਕੇ ਸਜਦਾ ਕਰੋ। ਸਾਹਿਬਜ਼ਾਦੇ ਆਖਣ ਲੱਗੇ, ਇਹ ਸੀਸ ਕੇਵਲ ਸੱਚੇ ਮਾਲਕ ਦੇ ਅੱਗੇ ਝੁਕੇ ਹੈ, ਹੋਰ ਕਿਸੇ ਅੱਗੇ ਨਹੀਂ। ਸਾਹਿਬਜ਼ਾਦਿਆਂ ਨੂੰ ਮਾਰ ਦਿੱਤਾ ਗਿਆ ਹੈ, ਤੁਸੀਂ ਇਸਲਾਮ ਕਬੂਲ ਕਰ ਲਓ। ਜੇ ਤੁਸੀਂ ਇਸਲਾਮ ਕਬੂਲ ਕਰ ਲੈਂਦੇ ਹੋ, ਤੁਹਾਨੂੰ ਦੁਨੀਆ ਦੇ ਸਾਰੇ ਸੁੱਖ ਦਿੱਤੇ ਜਾਣਗੇ। ਤੁਹਾਡੀ ਅਨੰਦਪੁਰ ਨਗਰੀ ਜਿਹੜੀ ਹੈ ਉਹ ਤੁਹਾਨੂੰ ਆਪਸ ਦੀ ਦਿੱਤੀ ਜਾਏਗੀ। ਤੇ ਸਾਹਿਬਜ਼ਾਦਿਆਂ ਦੇ ਬਚਨ ਸਨ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਪਿਤਾ ਨੂੰ ਅੱਜ ਤੱਕ ਮਾਰਨ ਵਾਲਾ ਕੋਈ ਪੈਦਾ ਨਹੀਂ ਹੋਇਆ। ਕਿਉਂਕਿ ਕਹਿਣ ਲੱਗੇ, ਅਸੀਂ ਵਾਪਸ ਜਾਵਾਂਗੇ, ਸਿੱਖਾਂ ਨੂੰ ਇਕੱਠਿਆਂ ਕਰਾਂਗੇ ਤੇ ਫਿਰ ਆ ਕੇ ਵਜ਼ੀਰ ਖਾਨ ਦੇ ਉੱਪਰ ਹਮਲਾ ਕਰਾਂਗੇ, ਤੇ ਫਿਰ ਹਾਰ ਗਏ, ਫਿਰ ਚਲੇ ਜਾਵਾਂਗੇ, ਫਿਰ ਜਾ ਕੇ ਵਜ਼ੀਰ ਖਾਨ ਦੇ ਨਾਲ ਜੰਗ ਲੜਾਂਗੇ। ਜਦੋਂ ਤੱਕ ਵਜ਼ੀਰ ਖਾਨ ਦੇ 2 ਟੁਕੜੇ ਨਾ ਹੋ ਜਾਣ ਜਾਂ ਅਸੀਂ ਸ਼ਹੀਦ ਨਾ ਹੋ ਜਾਈਏ, ਇਹ ਰਣ ਬਰਕਰਾਰ ਰਹੇਗੀ। ਤੇ ਸੁੱਚਾ ਆਨੰਦ ਨੇ ਇਹ ਗੱਲ ਕਹੀ ਸੀ। ਆਖਣ ਲੱਗਾ, ਵਜ਼ੀਰ ਖਾਨ ਜੀ ਕੀ ਦੇਖ ਰਹੇ ਹੋ? ਸੱਪ ਦੇ ਬੱਚੇ ਸੱਪ ਹੀ ਨੇ, ਸੱਪ ਨੂੰ ਮਾਰਨਾ ਔਰ ਬੱਚਿਆਂ ਨੂੰ ਰੱਖਣਾ ਇਹ ਕੋਈ ਸਿਆਣਪ ਨਹੀਂ ਹੈ। ਸੁਣਾ ਕੇ ਉਸ ਤੋਂ ਬਾਅਦ ਮਾਤਾ ਗੁਜਰ ਕੌਰ ਨੀਲੇ ਰੰਗ ਦੇ ਵਸਤਰ ਸਾਹਿਬਜ਼ਾਦਿਆਂ ਨੂੰ ਪਵਾਉਂਦੇ ਨੇ ਤੇ ਮਾਤਾ ਗੁਜਰ ਕੌਰ ਨੇ ਬੜੇ ਪਿਆਰ ਦੇ ਨਾਲ ਉਹਨਾਂ ਸਾਹਿਬਜ਼ਾਦਿਆਂ ਨੂੰ ਤਿਆਰ ਕੀਤਾ। ਇੱਥੇ ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਆਖਦਾ ਹੈ ਕਿ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ, ਬੱਚਿਓ ਜਾने से पहले गले से लगाओ तोनू। ਤੁਸੀਂ ਜਾ ਰਹੇ ਹੋ, ਅੱਜ ਇਹ ਫਤਵਾ ਲੱਗ ਗਿਆ ਹੈ ਕਿ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਏਗਾ। जाने से पहले गले से लगा तो लूं, केसों पे कंघी करूं। ਹੁਣ ਦੇਖੋ ਸਾਹਿਬਜ਼ਾਦਿਆਂ ਦੇ ਕੇਸ ਕਿੰਨੇ ਵੱਡੇ ਹੋਣਗੇ। ਜੋ ਮਾਤਾ ਗੁਜਰ ਕੌਰ ਜੀ ਕੇਸਾਂ ਦੀ ਸੰਭਾਲ ਕਰਦੇ ਨੇ। केसों पे कंघी करूं, मुंह धुला तो लूं, इन नन्हे नन्हे सिरों पे कलगी सजा तो लूं। अखीर दे आखिर के मरने से पहले दूल्हा बना तो लूं। ਬੱਚਾ ਅਜੇ ਭੰਗੂਣੇ ਦੇ ਚ ਹੁੰਦਾ ਹੈ ਨਾ ਸਾਧ ਸੰਗਤ, ਅਸੀਂ ਬੱਚੇ ਦੇ ਸੁਪਨੇ ਦੇਖਣ ਲੱਗ ਜਾਂਦੇ ਹਾਂ ਵਿਆਹ ਦੇ। ਕਈ ਵਾਰ ਪਰਿਵਾਰ ਦੀਆਂ ਵਿੱਚ ਗੱਲਾਂ ਕਰਦੇ ਹਾਂ, ਪਰ ਅੱਜ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਤਿਆਰ ਕਰਦੇ ਨੇ ਤੇ ਆਖਦੇ ਨੇ ਕਿ ਮਰਨੇ ਸੇ ਪਹਿਲੇ ਦੁल्हा ਬਣਾ ਤੁਹਾਨੂੰ ਤਿਆਰ ਕਰਕੇ ਕਚਹਿਰੀ ਦੇ ਭੇਜਦੇ ਨੇ। ਫਤਵਾ ਲਗਾ ਦੇਣ ਦੇ ਬਾਵਜੂਦ ਵੀ ਜਦੋਂ ਸਾਹਿਬਜ਼ਾਦੇ ਡੋਲੇ ਨਾ ਤੇ ਕਿਹਾ ਕਿ ਇਹਨਾਂ ਨੂੰ ਨੀਹਾਂ ਦੇ ਚਿੰਨ੍ਹ ਦਿੱਤਾ ਜਾਏ। ਇਹ ਫਤਵਾ ਲਾ ਕੇ ਨੀਹਾਂ ਚੰਨੀਆਂ ਸ਼ੁਰੂ ਕਰਤੀਆਂ ਤੇ ਆਖਣ ਕਿ ਅਖੀਰ ਵਾਰ ਤੁਹਾਨੂੰ ਪੁੱਛਦੇ ਆ। ਤੇ ਬਾਬਾ ਜੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਨੇ ਇਹ ਗੱਲ ਕਹੀ ਸੀ ਕਿ ਸੱਚ ਕੋ ਮਿਟਾਓਗੇ तो मिटोगे जहान से, सच को मिटाओगे तो मिटोगे जहान से। डरता नहीं अकाल किसी शहनशाह की शान से, उपदेश अपना सुन लो दिल के कान से, कह रहे हैं हम तुम्हें खुदा की जुबान से। सो जद ਤੁਸੀਂ ਅਰਦਾਸ ਸੁਣਦੇ ਹੈਗੇ ਹੋ ਨਾ, ਤੇ ਇਹ ਜਿਹੜਾ ਇਤਿਹਾਸ ਜਿਹੜਾ ਰਚਿਆ ਸੀਗਾ ਇਹ ਪੋਹ ਦੇ ਮਹੀਨੇ 'ਚ ਸਨ 1705 ਜਿੱਥੇ ਇੰਨੀ ਸ਼ਹੀਦੀ ਤੇ ਕੁਰਬਾਨੀਆਂ ਦਿੱਤੀਆਂ। 4 ਆਪਣੇ ਬੇਟੇ ਸ਼ਹੀਦ ਕੀਤੇ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਇਹ ਅਰਦਾਸ ਦਾ ਕੁਝ ਤਾਂ ਮਾਇਨੇ ਰੱਖਦਾ ਹੈਗਾ। ਸਾਰਿਆਂ ਨੂੰ ਸੁਣ ਕੇ ਇਹਦਾ ਅਹਿਸਾਸ ਹੋਣਾ ਚਾਹੀਦਾ। ਤਦੀ ਕਰਕੇ ਇਹ ਜਿਹੜੇ ਤੇ ਕੁਝ ਸ਼ਬਦ ਹੈਗੇ ਨੇ, ਮੈਂ 2-3 ਫੜੇ ਹੈਗੇ ਨੇ, ਉਹਨਾਂ ਦਾ ਜਿਹੜਾ ਅਸਰ ਸਾਡੇ ਵਿੱਚ ਹੋਣਾ ਚਾਹੀਦਾ ਹੈਗਾ, ਉਹ ਬੜਾ ਮਾਇਨੇ ਰੱਖਦਾ ਹੈਗਾ। ਸਿੰਘਾਂ ਸਿੰਘਣੀਆਂ ਨੇ ਧਰਮ ਲਈ ਸੀਸ ਦਿੱਤੇ, ਖੋਪੜੀਆਂ ਲਵਾਈਆਂ, ਚੱਕੜੀਆਂ ਤੇ ਚੜੇ, ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀ ਦਿੱਤੀਆਂ, ਧਰਮ ਨਹੀਂ ਹਾਰਿਆ ਤੇ ਸਰਦਾਰਾਂ ਦੀ ਮਨ ਨਹੀਂ ਮਤ ਉੱਚੀ। ਇਹਦਾ ਮਤਲਬ ਕੀ ਹੈਗਾ? ਹੰਬਲ ਮਾਈਂਡ, ਹਾਈ ਮੋਰਲ ਸਟੈਂਡਰਡਸ। ਅੱਜ ਦੀ ਡੇਟ 'ਚ ਉਹ ਮਿਲਣਗੇ ਜਾਂ ਨਹੀਂ ਮੈਨੂੰ ਪਤਾ ਨਹੀਂ, ਪਰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। मेरे लाला ते नल रह के रात गुजारियो।